ਦੋਸਤੋ ਹੁਣ ਆਪਾਂ ਪ੍ਰੋਗਰਾਮ ਦੇ ਅਗਲੇ ਪੜਾਅ ਦੇ ਵਿੱਚ ਚੱਲਦੇ ਹਾਂ ਮਿਡਲ ਈਸਟ ਵੱਲ। ਸੋ ਮਿਡਲ ਈਸਟ ਬੜਾ ਇੰਪੋਰਟੈਂਟ ਹਿੱਸਾ ਹੈ। ਜਦੋਂ ਤੇਲ ਦੀ ਗੱਲ ਆਉਂਦੀ ਹੈ ਤਾਂ ਧਿਆਨ ਮਿਡਲ ਈਸਟ ਵੱਲ ਜਾਂਦਾ ਹੈ। ਸੋ ਮਿਡਲ ਈਸਟ 'ਤੇ ਜਦੋਂ ਆਪਾਂ ਗੱਲ ਕਰਦੇ ਹਾਂ ਦੇਸ਼ਾਂ ਦੀ, ਖਾਸ ਤੌਰ 'ਤੇ ਇਰਾਕ, ਈਰਾਨ, ਸੀਰੀਆ, ਇਹ ਬੜੇ ਗੜਬੜ ਵਾਲੇ ਖੇਤਰ ਨੇ। ਖਾੜੀ ਦੀ ਜੰਗ ਦਾ ਸ਼ਿਕਾਰ ਇਰਾਕ ਹੋਇਆ। ਆਪਾਂ ਜਾਣਦੇ ਹਾਂ ਕਿ ਜਦੋਂ ਸਦਾਮ ਹੁਸੈਨ ਦੀ ਸਰਕਾਰ ਸੀ, ਉੱਥੇ ਰਾਸ਼ਟਰਪਤੀ ਸਨ ਸਦਾਮ ਹੁਸੈਨ, ਅਤੇ ਅਮਰੀਕਾ ਵੱਲੋਂ ਉਹ ਉੱਥੇ ਖਾੜੀ ਦੀ ਜੰਗ ਜਦੋਂ ਛਿੜ ਗਈ ਅਮਰੀਕਾ ਦੇ ਨਾਲ, ਤਾਂ ਸਦਾਮ ਹੁਸੈਨ ਵੀ ਖਤਮ ਹੋਏ ਅਤੇ ਨਾਲ ਦੀ ਨਾਲ ਜਿਹੜਾ ਇਰਾਕ ਹੈ, ਬਹੁਤ ਪਾਵਰਫੁਲ ਦੇਸ਼ ਮੰਨਿਆ ਜਾਂਦਾ ਸੀ ਉਸ ਖੇਤਰ ਦਾ, ਉਹ ਵੀ ਲਗਭਗ ਉੱਥੇ ਖਤਮ ਹੋ ਗਿਆ। ਉਸ ਦੀ ਰਾਜਨੀਤਿਕ ਜਿਹੜੀ ਉੱਥੇ ਪਾਵਰ ਆ ਉਹ ਉਸ ਢੰਗ ਦੀ ਨਹੀਂ ਰਹੀ ਜਿਸ ਤਰ੍ਹਾਂ ਦੀ ਪਹਿਲਾਂ ਹੁੰਦੀ ਸੀ। ਹੁਣ ਵੀ ਉਹ ਲਗਾਤਾਰ ਰਾਜਨੀਤਿਕ ਅਸਥਿਰਤਾ ਦਾ ਸ਼ਿਕਾਰ ਰਹਿੰਦਾ ਹੈ। ਸੋ ਉੱਥੇ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਹੋਣ ਵਾਲੀ ਹੈ, ਆਮ ਇਲੈਕਸ਼ਨ ਹੋਣ ਵਾਲੀ ਹੈ। ਪਰ ਪਿਛਲੇ ਹਫ਼ਤੇ ਉੱਥੇ ਬੜਾ ਵੱਡਾ ਟੈਰਰਿਸਟ ਅਟੈਕ ਫਿਰ ਹੋਇਆ। ਖਾਸ ਤੌਰ 'ਤੇ ਜਿਹੜੀ ਇਸਲਾਮਿਕ ਟੈਰਰਿਸਟ ਆਰਗੇਨਾਈਜੇਸ਼ਨ ਹੈ IS, ਉਸ ਵੱਲੋਂ ਉਸ ਅਟੈਕ ਦੀ ਜ਼ਿੰਮੇਵਾਰੀ ਲਈ ਗਈ, ਕਿਉਂਕਿ ਉੱਥੇ ਜਿਹੜਾ ਇਰਾਕ ਦੇ ਵਿੱਚ ਇੱਕ ਹੋਰ ਲੜਾਈ ਹੈ ਸੁੰਨੀ ਫੈਕਸ਼ਨ ਦੀ ਅਤੇ ਸ਼ੀਆ ਫੈਕਸ਼ਨ ਦੀ। ਤਾਂ ਉੱਥੇ ਸ਼ੀਆ ਮੁਸਲਿਮ ਕਾਫੀ ਰਹਿੰਦੇ ਨੇ। ਤਾਂ IS ਜਿਹੜੀ ਉਹ ਇੱਕ ਸੁੰਨੀ ਮੁਸਲਿਮ ਟੈਰਰਿਸਟ ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਇਹ ਅਟੈਕ ਕੀਤਾ। ਸੁਸਾਈਡ ਬੰਬ ਅਟੈਕ ਬਗਦਾਦ ਦੇ ਵਿੱਚ ਹੋਇਆ, ਜਿਹੜੀ ਇਰਾਕ ਦੀ ਰਾਜਧਾਨੀ ਹੈ। ਸੋ ਦੋ ਜਿਹੜੇ ਉਹ ਸੁਸਾਈਡ ਬੰਬਰ ਸਨ, ਉਹਨਾਂ ਨੇ ਆਪਣੇ ਆਪ ਨੂੰ ਉਡਾ ਲਿਆ। ਤਾਂ 32 ਤੋਂ ਵੱਧ ਜਿਹੜੇ ਲੋਕ ਉਸ ਅਟੈਕ ਦਾ ਸ਼ਿਕਾਰ ਹੋਏ। ਸੋ ਉੱਥੇ ਤਾਇਰਨ ਸਕੁਏਅਰ ਹੈ, ਜਿੱਥੇ ਆਮ ਤੌਰ 'ਤੇ ਇਸ ਤਰ੍ਹਾਂ ਦੇ ਅਟੈਕ ਹੁੰਦੇ ਨੇ, ਕਿਉਂਕਿ ਉਹ ਰਸ਼ ਵਾਲਾ ਏਰੀਆ ਹੈ। ਉੱਥੇ ਪਹਿਲਾਂ ਵੀ ਇਸ ਤਰ੍ਹਾਂ ਦੇ ਅਟੈਕ ਹੁੰਦੇ ਰਹੇ। ਤਾਂ IS ਨੇ ਇਸ ਅਟੈਕ ਦੀ ਜ਼ਿੰਮੇਵਾਰੀ ਲਈ, ਔਰ ਇਸ ਦਾ ਨਿਸ਼ਾਨਾ ਇਹ ਲੱਗਦਾ ਹੈ ਕਿ ਜਿਹੜੇ ਆਉਣ ਵਾਲੇ ਦਿਨਾਂ 'ਚ ਉੱਥੇ ਇਲੈਕਸ਼ਨ ਹੋ ਜਾ ਰਹੀ ਹੈ, ਉਸ ਨੂੰ ਜਿਹੜਾ ਉਹ ਟਾਰਗੇਟ ਕਰਨਾ ਚਾਹੁੰਦੇ ਨੇ, ਤਾਂ ਕਿ ਉੱਥੇ ਰਾਜਨੀਤਿਕ ਸਥਿਰਤਾ ਦੀ ਕੋਈ ਸਥਿਤੀ ਨਾ ਆਵੇ। ਸੋ ਉੱਥੋਂ ਦੇ ਜਿਹੜੇ ਉਹਨਾਂ ਦੇ ਉੱਥੋਂ ਦੇ ਇਸ ਵੇਲੇ ਮੁਖੀ ਨੇ, ਰਾਜਨੀਤਿਕ ਰਾਸ਼ਟਰਪਤੀ ਨੇ ਇਰਾਕ ਦੇ, ਉਹਨਾਂ ਨੇ ਵੀ ਇਹ ਕਿਹਾ ਕਿ ਜਿਹੜੀ ਇਲੈਕਸ਼ਨ ਦਾ ਪ੍ਰੋਸੈਸ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗਾ। ਪਹਿਲਾਂ ਜੂਨ 'ਚ ਇਲੈਕਸ਼ਨ ਹੋਣੀ ਸੀ, ਹੁਣ ਕੁਝ ਕਾਰਨਾਂ ਕਰਕੇ ਉਹ ਇਲੈਕਸ਼ਨ ਡਿਲੇ ਕੀਤੀ ਗਈ ਅਕਤੂਬਰ ਤੱਕ। ਪਰ ਉਹ ਉੱਥੇ ਜਿਹੜੀ ਸਥਿਤੀ ਹੈ ਉਹ ਲਗਾਤਾਰ ਵਿਗੜਦੀ ਰਹਿੰਦੀ ਹੈ। ਖਾਸ ਤੌਰ 'ਤੇ ਅਜਿਹੇ ਅਟੈਕਸ ਜਦੋਂ ਹੁੰਦੇ ਨੇ, ਸੋ ਸਾਰੇ ਵਿਸ਼ਵ ਦੀਆਂ ਨਜ਼ਰਾਂ ਉੱਥੇ ਲੱਗੀਆਂ ਹੋਈਆਂ ਨੇ। ਖਾਸ ਤੌਰ 'ਤੇ ਜਦੋਂ ਅਮਰੀਕਾ ਦੇ ਵਿੱਚ ਹੁਣ ਜੋ ਬਾਈਡਨ ਗੌਰਮੈਂਟ ਆਈ ਹੈ, ਉਦੋਂ ਇਸ ਪਾਸੇ ਹੋਰ ਧਿਆਨ ਹੁਣ ਜਾਵੇਗਾ ਕਿ ਜੋ ਬਾਈਡਨ ਇਸ ਬਾਰੇ ਕੀ ਸਟੈਪ ਲੈਂਦੇ ਨੇ। ਕਿਉਂਕਿ ਜੇਕਰ ਆਪਾਂ ਪਿਛਲਾ ਇਤਿਹਾਸ ਦੇਖੀਏ ਜੋ ਬਾਈਡਨ ਹੋਣਾ ਦਾ, ਤਾਂ ਉਹਨਾਂ ਨੇ ਜਦੋਂ ਉਪ ਰਾਸ਼ਟਰਪਤੀ ਹੁੰਦੇ ਸਨ ਬਰਾਕ ਓਬਾਮਾ ਦੇ ਵੇਲੇ, ਉਦੋਂ ਵੀ ਉਹ ਬਹੁਤ ਐਕਟਿਵ ਰਹੇ ਇਸ ਖੇਤਰ ਦੇ ਲਈ, ਔਰ ਕਈ ਤਰ੍ਹਾਂ ਦੇ ਉਹਨਾਂ ਨੇ ਹਮਲੇ ਵੀ ਉਸ ਵੇਲੇ ਜਿਹੜੇ ਪਲਾਨ ਕੀਤੇ, ਜਿਹੜੇ ਅਮਰੀਕਨ ਫੋਰਸਾਂ ਨੇ ਕੀਤੇ ਸਨ। ਸੋ ਹੁਣ ਦੇਖਦੇ ਹਾਂ ਕਿ ਇਸ ਟਰਮ 'ਚ ਉਹ ਕਿਸ ਤਰ੍ਹਾਂ ਦੀ ਨੀਤੀ ਅਪਣਾਉਂਦੇ ਨੇ, ਖਾਸ ਤੌਰ 'ਤੇ ਮਿਡਲ ਈਸਟ ਲਈ। ਸੋ ਆਪਣੀ ਰਿਪੋਰਟ 'ਚ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹ ਅਟੈਕ ਹੋਇਆ ਅਤੇ ਇੱਥੇ ਕਿਸ ਤਰ੍ਹਾਂ ਲੋਕਾਂ ਦੀ ਜਾਨ ਜਿਹੜੀ ਉਹ ਗਈ ਇਸ ਸੁਸਾਈਡ ਅਟੈਕ ਦੇ ਵਿੱਚ। ਇਰਾਕ 'ਚ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਹਮਲੇ ਤੋਂ ਬਾਅਦ ਮਰਨ ਵਾਲਿਆਂ ਦੀ ਸੰਖਿਆ 32 ਤੋਂ ਜ਼ਿਆਦਾ ਹੋ ਗਈ ਹੈ। ਪਿਛਲੇ 3 ਸਾਲਾਂ ਦੇ ਵਿੱਚ ਇਸ ਨੂੰ ਸਭ ਤੋਂ ਵੱਡਾ ਸੁਸਾਈਡ ਅਟੈਕ ਬਗਦਾਦ ਦੇ ਵਿੱਚ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਸੁੰਨੀ ਇਸਲਾਮਿਸਟ ਮਿਲੀਟੈਂਟ ਗਰੁੱਪ ਵੱਲੋਂ ਇਸ ਅਟੈਕ ਦੀ ਜ਼ਿੰਮੇਵਾਰੀ ਲਈ ਗਈ ਹੈ ਅਤੇ ਆਪਣੇ ਬਿਆਨ ਦੇ ਵਿੱਚ ਉਹਨਾਂ ਕਿਹਾ ਕਿ ਨਿਸ਼ਾਨਾ ਸ਼ੀਆ ਮੁਸਲਿਮ ਸਨ। ਪਹਿਲੇ ਹਮਲਾਵਰ ਨੇ ਤਿਆਰਨ ਸਕੇਅਰ ਨੇੜੇ ਪੈਂਦੀ ਮਾਰਕੀਟ ਦੇ ਵਿੱਚ ਭੀੜ ਨੂੰ ਦੇਖ ਕੇ ਆਪਣੇ ਆਪ ਨੂੰ ਉਡਾ ਦਿੱਤਾ, ਜਿਸ ਨਾਲ ਭੀੜ ਦੇ ਵਿੱਚ ਮੌਜੂਦ ਲੋਕਾਂ ਦੀਆਂ ਵੀ ਜਾਨਾਂ ਚਲੀਆਂ ਗਈਆਂ। ਬਗਦਾਦ ਦੇ ਵਿੱਚ ਆਤਮਘਾਤੀ ਬੰਬ ਧਮਾਕੇ ਪਹਿਲਾਂ ਨਾਲੋਂ ਬਹੁਤ ਘੱਟ ਹੋ ਗਏ ਹਨ, ਕਿਉਂਕਿ ਸਾਲ 2017 ਦੇ ਅੰਤ ਦੇ ਵਿੱਚ ਇਰਾਕ ਮਿਲਟਰੀ ਵੱਲੋਂ ISIS ਦੀ ਫੌਜ ਨੂੰ ਲਗਭਗ ਖਤਮ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਬਗਦਾਦ ਵਿੱਚ ਆਖਰੀ ਜਾਨਲੇਵਾ ਆਤਮਘਾਤੀ ਹਮਲਾ ਜਨਵਰੀ 2018 ਵਿੱਚ ਇਸੇ ਵਰਗ ਵਿੱਚ ਹੋਇਆ ਸੀ ਅਤੇ ਉਸ ਸਮੇਂ 35 ਲੋਕ ਮਾਰੇ ਗਏ ਸਨ। ਇਰਾਕੀ ਰਾਸ਼ਟਰਪਤੀ ਬਰਹਮ ਸਲੇਹ ਨੇ ਤਾਜ਼ਾ ਹਮਲੇ ਦੀ ਨਿੰਦਾ ਦੀ ਅਗਵਾਈ ਕਰਦਿਆਂ ਕਿਹਾ ਕਿ ਸਰਕਾਰ ਇਰਾਕ ਦੇ ਵਿੱਚ ਹੋ ਰਹੀਆਂ ਅਸਥਿਰ ਘਟਨਾਵਾਂ ਵਿਰੁੱਧ ਡਟ ਕੇ ਖੜੀ ਹੈ ਅਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੀ ਇਰਾਕ ਦੇ ਵਿੱਚ ਕੋਈ ਜਗ੍ਹਾ ਨਹੀਂ। ਸੋ ਦੋਸਤੋ, ਅਗਲੀ ਖਬਰ 'ਚ ਫਿਰ ਆਪਾਂ ਭਾਰਤ ਵੱਲ ਚੱਲਦੇ ਹਾਂ, ਕਿਉਂਕਿ 26 ਜਨਵਰੀ ਦੀ ਜਿਹੜੀ ਕਿਸਾਨ ਟਰੈਕਟਰ ਰੈਲੀ ਹੈ ਜਾਂ ਕਿਸਾਨ ਗਣਤੰਤਰ ਪਰੇਡ ਹੈ, ਉਹ ਇਸ ਵੇਲੇ ਬਹੁਤ ਇੰਪੋਰਟੈਂਟ ਹੈ, ਖਾਸ ਤੌਰ 'ਤੇ ਉਸ ਕਿਸਾਨ ਅੰਦੋਲਨ ਲਈ। ਸੋ ਅੰਦੋਲਨ ਨੂੰ ਜਿਹੜੀ ਸਪੋਰਟ ਜਿੱਥੇ ਕਿ ਮਿਲ ਰਹੀ ਹੈ, ਪੰਜਾਬ ਹਰਿਆਣਾ ਤੋਂ ਬਹੁਤ ਗਿਣਤੀ ਦੇ ਵਿੱਚ ਕਿਸਾਨ ਉੱਥੇ ਟਰੈਕਟਰਾਂ ਟਰਾਲੀਆਂ 'ਤੇ ਪਹੁੰਚ ਰਹੇ ਨੇ। ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਕੂਚ ਕਰ ਰਹੇ ਨੇ। ਲਗਾਤਾਰ ਪਿੰਡਾਂ 'ਚ ਰਿਪੋਰਟਾਂ ਆ ਰਹੀਆਂ ਨੇ, ਪਹਿਲਾਂ ਰੈਸਲ ਕਰਦੇ ਨੇ, ਫਿਰ ਕੂਚ ਕਰਦੇ ਨੇ। ਪਰ ਨਾਲ ਦੀ ਨਾਲ ਹੋਰ ਸਟੇਟਾਂ ਤੋਂ ਵੀ, UP ਤੋਂ ਵੀ ਕਿਸਾਨ ਉੱਥੇ ਪਹੁੰਚ ਰਹੇ ਨੇ। ਪਰ UP ਦੀ ਸਰਕਾਰ ਕਿਸਾਨਾਂ 'ਤੇ ਕੁਝ ਰੋਕਾਂ ਲਗਾ ਰਹੀ ਹੈ। ਉਹਨਾਂ ਰੋਕਾਂ ਬਾਰੇ ਆਪਾਂ ਗੱਲ ਕਰਨੀ ਹੈ, ਪਰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਮੈਂ ਪ੍ਰਭਜੋਤ ਮਾਹਲ ਰੀਮੈਕਸ ਰੀਅਲ ਸਟੇਟ ਸੈਂਟਰ ਨਾਲ ਕੰਮ ਕਰਦਾ। ਕੀ ਤੁਸੀਂ ਘਰ ਵੇਚਣ ਜਾਂ ਖਰੀਦਣ ਬਾਰੇ ਸੋਚ ਰਹੇ ਹੋ? ਕੀ ਤੁਹਾਡਾ ਇਨਵੈਸਟਮੈਂਟ ਕਰਨ ਦਾ ਮਨ ਹੈ? ਗ੍ਰੇਟਰ ਟੋਰਾਂਟੋ ਏਰੀਆ ਹੋਵੇ ਜਾਂ ਸਾਊਥ ਵੈਸਟਰਨ ਓਨਟਾਰੀਓ, ਕਿਤੇ ਵੀ ਤੁਸੀਂ ਘਰ ਵੇਚ ਰਹੇ ਹੋ, ਖਰੀਦਣਾ ਚਾਹੁੰਦੇ ਹੋ ਜਾਂ ਇਨਵੈਸਟਮੈਂਟ ਬਾਰੇ ਸੋਚ ਰਹੇ ਹੋ, ਮੈਨੂੰ ਕੰਟੈਕਟ ਕਰੋ। ਮੇਰਾ ਨੰਬਰ ਹੈ 647 462 6000 647 462 6000। अपने घर के खाने में कुछ अलग ही बात होती है, चाहे वो मक्खन वाली दाल हो या घी वाली इडलियां। आखिर वैरायटी भी तो जरूरी है ना। और जब टाइम ना मिले तब क्या? खाना जो भी हो, ब्राड्स का स्वाद और अपनों का साथ हमेशा आपके साथ रहेगा। ब्राड्स, फूड कल्चर ऑफ इंडिया।